ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜੁਗੋ ਜੁਗ ਟਲ ਵਾਲੀਏ ਦੋ ਜਹਾਨ ਜਗਤ ਗੁਰੂ। ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ ਸਰੂਪਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨੇਕੀ ਗੋਦ ਅੰਦਰ ਜੁੜ ਬੈਠੀ। ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਕਰੋ ਰਸਨਾ ਨੂੰ ਪਵਿੱਤਰ। ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸੰਗਤਾਂ ਬੜੇ ਧਨਤਾ ਦੇ ਉਹ ਜੋ ਅੰਮ੍ਰਿਤ ਬੜੇ ਤੋਂ ਲੈ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਸੇਵਾ ਕਰਦੇ ਹੋ। ਤੋ ਕਰੋ ਮਨ ਮੀਤਿਆਂ ਇਕਾਗਰ ਤਾਂ ਜੋ ਗੁਰਬਾਣੀ ਦੀ ਸੋਝੀ ਆਵੇ, ਭਜਨ ਬੰਦਗੀ ਦੀ ਸੋਝੀ ਆਵੇ। ਆਓ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਮਨ ਨੂੰ ਇਕਾਗਰ ਕਰਕੇ ਬੈਠੀਏ। ਮਹਾਰਾਜ ਕਹਿੰਦੇ ਰਾਜ ਕਹਾਵੈ ਹੂ ਕਰਮ ਕਮਾਵੈ ਬਾਧਿਓ ਨਾਨੀ ਪਰਮਸੂਆ। ਜੋ ਆਪਣੇ ਆਪ ਨੂੰ ਰਜਵਾੜਿਆਂ ਦਾ ਮਾਲਕ ਕਹਾਉਂਦਾ ਹੈ ਅਤੇ ਹਉਮੈ ਦੇ ਸਹਿਜ ਕਰਮ ਕਮਾਉਂਦਾ ਹੈ, ਉਹ ਤਾਂ ਭਰਮ ਕਰਕੇ ਇਸ ਸੰਸਾਰ ਵਿੱਚ ਇਸ ਪ੍ਰਕਾਰ ਵਧਾ ਹੋਇਆ ਹੈ ਜਿਵੇਂ ਤੋਤਾ ਨਲਕੀ ਕਰਕੇ ਵੱਧ ਜਾਂਦਾ ਹੈ। ਇਸ ਤਰ੍ਹਾਂ ਉਹ ਜੀਵ ਹੈ। तो महाराज प्रमाण कर देना। आसा महला पंजवा घर 14वां एक ओंकार सतगुर प्रसाद। श्री गुरु अर्जन देव जी आसा राग विच 14वें सुर ताल विच उच्चारण करते हैं। महाराज कहते ओह नेहो नवेला अपने प्रीतम स्यों लाग रहे। जो परमेश्वर का प्रेम है वो सदा नवा है, परंतु संप्रदावां विच इसका अर्थ यूं भी किया जाता है उस परमेश्वर के मिलन का हुणे हुणे वेला है। उस परमेश्वर नाल हुणे ही प्रेम ला लवो, फिर समा नहीं मिलना। इस करके सदा अपने प्यारे प्रभु दे नाल लगे रहना करो। जो प्रभु पावै जमन जन्म न आवै, हर प्रेम भगत हर प्रीत रचै। जेड़ा परमेश्वर नूं पा जांदा है वो मुड़ के जन्मां विच नहीं आउंदा। जो परमेश्वर की प्रेमा भगती करते हैं
ਉਹ ਹਰੀ ਦੀ ਪ੍ਰੀਤੀ ਵਿੱਚ ਰਚ ਜਾਂਦੇ ਹਨ। ਹਰੀ ਉਹਨਾਂ ਦੀ ਪ੍ਰੀਤੀ ਵਿੱਚ ਰਚ ਜਾਂਦਾ ਹੈ। ਪ੍ਰਭ ਸੰਗ ਮਿਲੀ ਜੈ ਓ ਮਨ ਦੀਜੈ, ਨਾਨਕ ਨਾਮ ਮਿਲੈ ਆਪਣੀ ਦਇਆ ਕਰੋ। हे ਭਾਈ, ਆਪਣਾ ਇਹ ਮਨ ਗੁਰਾਂ ਨੂੰ ਦੇ ਕਰਕੇ ਪਰਮੇਸ਼ਰ ਨਾਲ ਮਿਲਣਾ ਕਰੀਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਮਹਾਰਾਜ, ਸਾਨੂੰ ਆਪ ਜੀ ਦਾ ਅੰਮ੍ਰਿਤ ਨਾਮ ਮਿਲ ਜਾਵੇ, ਇਹ ਸਾਡੇ ਉੱਤੇ ਤੁਸੀਂ ਆਪਣੀ ਦਇਆ ਮਿਹਰ ਕਰੋ। ਆਸਾ ਮਹੱਲਾ ਪੰਜਵਾ। ਮਿਲ ਰਾਮ ਪਿਆਰੇ ਤੁਮ ਬਿਨਾ, ਈਰਜ ਕੋ ਨਾ ਕਰੈ ਰਾਉ। ਇਹ ਸਾਡੇ ਪਿਆਰੇ ਪਰਮੇਸ਼ਰ, ਤੁਸੀਂ ਸਾਨੂੰ ਮਿਲਣਾ ਕਰੋ। ਤੁਹਾਡੇ ਤੋਂ ਬਗੈਰ ਸਾਨੂੰ ਕੋਈ ਵੀ ਚਿੱਤ ਦੀ ਸਥਿਤੀ ਨਹੀਂ ਦੇਣਾ ਕਰਦਾ। ਸਿਮਰਤ ਸ਼ਾਸਤਰ ਬੋ ਕਰਮ ਕਮਾਏ, ਪ੍ਰਭ ਤੁਮਰੇ ਦਰਸ ਬਿਨ ਸੁਖ ਨਾਈ। 27 ਸਿਮਰਤੀਆਂ 6 ਸ਼ਾਸਤਰਾਂ ਨੂੰ ਪੜ੍ਹ ਕੇ ਦਿਖਿਆ ਹੈ ਅਤੇ ਨਿਤ ਨਮਿਤ ਪ੍ਰਾਸ਼ਚਿਤ ਆਦ ਅਨੇਕ ਕਰਮਾਂ ਨੂੰ ਕਮਾਉਣਾ ਕੀਤਾ ਹੈ, ਪਰੰਤੂ हे ਪਰਮੇਸ਼ਰ, ਤੁਹਾਡੇ ਦੀਦਾਰਿਆਂ ਤੋਂ ਬਗੈਰ ਕਿਸੇ ਨੂੰ ਸੁਖ ਪ੍ਰਾਪਤ ਨਹੀਂ ਹੋਇਆ। ਵਰਤ ਨੇਮ ਸੰਜਮ ਕਰ ਥਾਕੇ, ਨਾਨਕ ਸਾਧ ਸਰਨ ਪ੍ਰਭ ਸੰਗ ਵਸੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਕਾਦਸ਼ੀਆਂ ਆਦਿ ਦੇ ਵਰਤ ਨੇਮ, ਇੰਦਰੀਆਂ ਦਾ ਦਮਨ ਕਰਨ ਵਾਲੇ ਪੁਰਸ਼ ਇਹ ਸਾਰੇ ਸਾਧਨ ਕਰਕੇ ਥੱਕ ਗਏ ਹਨ, ਪਰੰਤੂ ਜੋ ਮਹਾਤਮਾ ਜਨਾਂ ਦੀ ਪਨਾਹ ਓਟ ਵਿੱਚ ਮਿਲਦੇ ਹਨ, ਉਹ ਪਰਮੇਸ਼ਰ ਦੇ ਨਾਲ ਵਸਦੇ ਭਾਵ ਅਭੇਦ ਹੁੰਦੇ ਹਨ। ਪਰਮੇਸ਼ਰ ਉਹਨਾਂ ਦੇ ਸਦਾ ਅੰਗ ਸੰਗ ਵਸਦਾ ਹੈ। ਆਸਾ ਮਹੱਲਾ ਪੰਜਵਾ। ਘਰ 15ਵਾਂ ਪੜਤਾਲ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਸਾ ਰਾਗ ਵਿੱਚ 15ਵੇਂ ਸੁਰਤਾਲ ਤੇ ਪੜਤਾਲ ਤਾਲ ਦੇ ਪ੍ਰਤਾਉ ਵਿੱਚ ਸ਼ਬਦ ਉਚਾਰਨ ਕਰਦੇ ਹਨ। ਪੜਤਾਲ ਕੀ ਹੈ? ਪ੍ਰਤਾਉ ਤਾਲ ਦਾ, ਜਿਸ ਦੇ ਪਾਟਵੇਂ ਤਾਲ ਹੋਣ ਜਾਂ ਤੁਲ ਤਾਲ ਹੀ ਤਾਲ ਪਵੇ, ਭਾਵ ਗਾਉਣ ਵਿੱਚ ਤੁਕ ਤੁਕ ਤੇ ਤਾਲ ਪਰਤਦਾ ਜਾਂਦਾ ਹੋਵੇ, ਉਹਨੂੰ ਪੜਤਾਲ ਕਹਿੰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਿਕਾਰ ਮਾਇਆ ਮਾਦ ਸੋਇਓ, ਸੂਝ ਬੂਝ ਨਾ ਆਵੈ। हे ਜੀਵ, ਤੂੰ ਮਾਇਆ ਦੇ ਹੰਕਾਰ ਕਰਕੇ, ਮਾਇਆ ਰੂਪੀ ਸ਼ਰਾਬ ਪੀ ਕੇ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਸੌ ਰਿਹਾ ਹੈ। ਤੈਨੂੰ ਇਸ ਲੋਕ ਦੀ ਕੋਈ ਸਮਝ ਅਤੇ ਪਰਲੋਕ ਦੀ ਅਕਲ ਨਹੀਂ ਆਉਂਦੀ, ਵਿਵਹਾਰਾਂ ਦੀ ਸੂਝ ਤੇ ਪਰਮਾਰਥ ਦੀ ਬੂਝ ਨਹੀਂ ਆਉਂਦੀ। ਜੋ ਪਰਮੇਸ਼ਰ ਸਾਰਿਆਂ ਦੀ ਸੋਝੀ ਗਿਆਤ ਰੱਖਣ ਵਾਲਾ ਹੈ, ਤੈਨੂੰ ਉਸ ਦੀ ਪ੍ਰਾਪਤੀ ਦੀ ਸਿੱਖਿਆ ਸਮਝ ਨਹੀਂ ਆਉਂਦੀ। ਪਕੜ ਕੀਸ ਜਮ ਉਠਾਰਿਓ, ਤਦ ਹੀ ਕਰ ਜਾਵੇ। ਜਿਸ ਵਕਤ ਤੈਨੂੰ ਜਮਦੂਤਾਂ ਨੇ ਪ੍ਰਤੱਖ ਕੀਸਾਂ ਤੋਂ ਜਾ ਤੇਰੇ ਅੰਦਰ ਪਏ ਹੋਏ ਸੰਸਕਾਰਾਂ ਰੂਪੀ ਕੀਸਾਂ ਤੋਂ ਫੜ ਕੇ ਸਥੂਲ ਸਰੀਰ ਵਿੱਚ ਉਠਾ ਲਿਆ, ਭਾਵ ਮੌਤ ਹੋ ਗਈ, ਤਦ ਨਿਸ਼ਚੈ ਕਰਕੇ ਤੂੰ ਧਰਮ ਰਾਜੇ ਦੇ ਘਰ ਵਿੱਚੋਂ ਜਾਵੇਂਗਾ। ਤਦੋਂ ਤੇਰਾ ਸਰੂਪ ਤੁਰਿਆ ਪਦ ਰੂਪੀ ਘਰ ਜਾਂਦਾ ਰਹੇਗਾ, ਭਾਵ ਉਸ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਤਦੋਂ ਤੇਰੇ ਕੋਲੋਂ ਪ੍ਰਤੱਖ ਘਰ-ਬਾਰ ਚਲਿਆ ਜਾਵੇਗਾ। ਲੋਭ ਵਿਖਿਆ ਵਿਕੈ ਲਾਗੀ, ਹਰ ਚੇ ਹਰ ਵਿਤ ਚਿੱਤ ਦੁਖਾਈ। ਮਾਇਆ ਦੀ ਲਾਲਚ ਕਰਕੇ ਵਿਸ਼ਿਆਂ ਵਿੱਚ ਲੱਗ ਰਿਹਾ ਹੈ ਅਤੇ ਲੋਕਾਂ ਦੇ ਧਨ ਨੂੰ ਚੋਰੀ ਕਰਕੇ ਉਹਨਾਂ ਦੇ ਚਿੱਤ ਨੂੰ ਦੁਖੀ ਕਰਦਾ ਹੈ। ਖਿੰਨਾ ਪਗੁਨਾ ਕੈ ਮਨ ਮਾਤੇ, ਅਸੁਰ ਜਾਣੈ ਨਾਹੀ ਰਾਉ। ਇੱਕ ਛਿਨ ਮਾਤਰ ਵਿੱਚ ਨਾਸ ਹੋ ਜਾਣ ਵਾਲੀ ਦੇਹ ਦੇ ਹੰਕਾਰ ਵਿੱਚ ਮਸਤ ਹੋਇਆ ਹੈ। हे ਦੈਤ ਰਾਖਸ਼ ਬੁੱਧੀ ਵਾਲੇ ਜੀਵ, ਤੂੰ ਇਹ ਜਾਣਦਾ ਨਹੀਂ ਹੈ, ਅਸੁਰੀ ਸੰਪਦਾ ਨੂੰ ਮੇਟਣਾ ਜਾਣਦਾ ਨਹੀਂ ਹੈ। ਵੇਦ ਸ਼ਾਸਤਰ ਜਨ ਪੁਕਾਰੈ, ਸੁਨੈ ਨਾਹੀ ਡੋਰਾ। हे ਬੋਲਿਆ,
ਚਾਰੇ ਵੇਦ 6 ਸ਼ਾਸਤਰ ਅਤੇ ਭਗਤ ਜੋ ਪੁਕਾਰ ਕੇ ਕਹਿ ਰਹੇ ਹਨ, ਪਰੰਤੂ ਤੂੰ ਉਸ ਨੂੰ ਸੁਣਦਾ ਹੀ ਨਹੀਂ ਹੈ। ਚਾਰ ਪੁਕਾਰੈ ਨਾ ਤੂੰ ਮਾਨੈ, ਖਟ ਪੀ ਏਕਾ ਬਾਤ ਬਖਾਨੈ। ਚਾਰੇ ਵੇਦ 6 ਸ਼ਾਸਤਰ ਕੂ ਕੂ ਕੇ ਪੁਕਾਰ ਰਹੇ ਹਨ ਕਿ ਹੇ ਜੀਵ ਤੂੰ ਉਸ ਪਰਮਾਤਮਾ ਨੂੰ ਧਿਆਨਾ ਕਰ, ਉਸਦੇ ਨਾਮ ਨੂੰ ਜਪਣਾ ਕਰ, ਸੇਵਾ ਕਰ। ਨਿਬਟ ਬਾਜੀ ਹਾਰ ਮੁਕਾ ਪਛਤਾਇਓ ਮਨ ਭੋਰਾ। ਆਪਣੀ ਮਨੁੱਖਾ ਜ਼ਿੰਦਗੀ ਰੂਪੀ ਬਾਜੀ ਨੂੰ ਬਿਲਕੁਲ ਹੀ ਹਾਰ ਕੇ ਮੁਕਾ ਬੈਠਾ ਹੈ। ਇਉਂ ਅੰਤ ਨੂੰ ਹੇ ਭੋਲਿਆ ਮਨ ਵਿੱਚ ਪਛਤਾਵਾ ਹੀ ਰਹਿ ਕਰਦਾ ਰਹੇਗਾ। ਜਦੋਂ ਕਾਲ ਰੂਪ ਸਵੇਰਾ ਹੋਇਆ ਤਾਂ ਫਿਰ ਮਨ ਵਿੱਚ ਪਛਤਾਉਂਦਾ ਹੀ ਰਹੇਗਾ। ਦਾਨ ਸਗਲ ਗੈਰ ਵਜੈ ਭਰਿਆ, ਦੀਵਾਨ ਲੇਖੈ ਨਾ ਪਰਿਆ। ਗੈਰ ਬਿਨਾ ਕਾਰਨ ਤੋਂ ਹੀ ਗੈਰ ਵਜੈ, ਅਕਾਰਨ ਵਿਅਰਥ ਹੀ ਦੇਵੀ ਦੇਵਤਿਆਂ ਦੀ ਉਪਾਸਨਾ ਰੂਪ ਸਾਰਾ ਦੰਡ ਜਾਂ ਲੋਕ ਦੰਡ, ਪਿਤਰ ਦੰਡ, ਰਾਜ ਦੰਡ ਆਦਿ ਭਰਦਾ ਰਹਿੰਦਾ ਹੈ, ਪਰੰਤੂ ਪਰਮੇਸ਼ਰ ਦੀ ਸਤ ਸੰਗਤ ਦੀ ਪ੍ਰਵਾਨਗੀ ਵਿੱਚ ਕਦੇ ਪਿਆ ਹੀ ਨਹੀਂ ਹੈ। ਕਦੇ ਪਰਮੇਸ਼ਰ ਦੀ ਪ੍ਰਵਾਨਗੀ ਵਿੱਚ ਆਇਆ ਨਹੀਂ, ਕਦੇ ਪਰਮਾਤਮਾ ਦਾ ਨਾਮ ਨਹੀਂ ਜਪਿਆ। ਵਿਅਰਥ ਦੇ ਦੇਵੀ ਦੇਵਤਿਆਂ ਉਪਾਸਨਾ ਰੂਪ ਸਾਰਾ ਦੰਡ ਜਾਂ ਲੋਕ ਦੰਡ, ਪਿਤਰ ਦੰਡ, ਰਾਜ ਦੰਡ ਆਦਿ ਭਰਿਆ ਰਹਿੰਦਾ ਹੈ। ਇਹ ਡੰਡਾਂ ਦੇ ਵਿੱਚ ਹੀ ਪਿਆ ਰਹਿੰਦਾ ਹੈ। ਜੇ ਕਾਰਜ ਰਹਿ ਓਲਾ ਸੋਈ ਕਾਮ ਨ ਕਰਿਆ। ਜਿਸ ਕੰਮ ਕਰਕੇ ਤੇਰਾ ਲੋਕ ਪਰਲੋਕ ਵਿੱਚ ਪੜਦਾ ਰਹਿਣਾ ਸੀ, ਉਹ ਭਾਉ ਭਗਤੀ ਜਾਂ ਨਾਮ ਜਪਣ ਰੂਪ ਕੰਮ ਕੀਤਾ ਹੀ ਨਹੀਂ। ਐਸੋ ਜਗ ਮੋਹਿ ਗੁਰ ਦਿਖਾਇਓ, ਤਉ ਏਕ ਕੀਰਤ ਗਾਇਆ। हे ਜੀਵ ਮੈਨੂੰ ਤਾਂ ਐਜਾ ਸੰਸਾਰ ਸਤਿਗੁਰਾਂ ਨੇ ਝੂਠੇ ਪਸਾਰੇ ਵਿੱਚ ਲੱਗਾ ਹੋਇਆ ਵਿਖਾ ਦਿੱਤਾ ਹੈ। ਤਦ ਅਸੀਂ ਇੱਕ ਪਰਮੇਸ਼ਰ ਦੀ ਕੀਰਤੀ ਕੀਰਤਨ ਭਗਤੀ ਨੂੰ ਗਾਉਣਾ ਕੀਤਾ ਹੈ। ਮਾਨ ਤਾਨ ਤਜ ਅਸ ਸਿਆਣਪ ਸ਼ਰਨ ਨਾਨਕ ਆਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮਨ ਦਾ ਮਾਣ, ਤਨ ਦਾ ਬਲ ਅਤੇ ਬੁੱਧੀ ਦੀ ਚਤੁਰਾਈ ਛੱਡ ਕੇ ਉਸ ਪਰਮੇਸ਼ਰ ਦੀ ਊਟ ਪਨਾਹ ਵਿੱਚ ਆਇਆ ਹਾਂ। ਆਸਾ ਮਹੱਲਾ ਪੰਜਵਾ। ਬਾਪਾਰ ਗੋਵਿੰਦ ਨਾਏ। ਇਹ ਭਾਈ ਸੰਤ ਜਨ ਪਰਮੇਸ਼ਰ ਦੇ ਨਾਮ ਦਾ ਆਪ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ ਵਣਜ ਕਰਦੇ ਹਨ, ਵਪਾਰ ਕਰਦੇ ਹਨ। ਸਾਧ ਸੰਤ ਮਨਾਏ ਪ੍ਰੀ ਪਾਏ ਗੁਣ ਗਾਏ, ਪੰਚ ਨਾਲ ਤੋਰ ਵਜਾਏ ਰਾਉ। ਜਿਨ੍ਹਾਂ ਨੇ ਸ੍ਰੇਸ਼ਟ ਸਾਤ ਚਿਤ ਮਹਾਪੁਰਖਾਂ ਨੂੰ ਮਨਾਇਆ ਤੇ ਹਰੀ ਦੇ ਗੁਣਾਂ ਨੂੰ ਗਾਇਨ ਕੀਤਾ ਹੈ, ਉਹਨਾਂ ਨੇ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ ਅਤੇ ਪੰਜ ਸੱਤ ਸੰਤੋਖ, ਦਇਆ, ਧਰਮ ਤੇ ਵਿਚਾਰ ਰੂਪੀ ਵਾਜਿਆਂ ਨੂੰ ਸਿਗਰ ਹੀ ਵਜਾਉਣਾ ਕੀਤਾ ਹੈ। ਸੰਤ ਜਨਾਂ ਨਾਲ ਮਿਲ ਕੇ ਸ਼ਬਦ ਰੂਪ ਬ੍ਰਹਮ ਨੂੰ ਸਿਗਰ ਹੀ ਪ੍ਰਗਟ ਕਰ ਲਿਆ ਹੈ। ਪੰਜ ਪ੍ਰਕਾਰ ਦੀ ਧੁਨ ਰੂਪ ਵਾਜੇ ਜੋਗਾ ਅਭਿਆਸੀਆਂ ਨੇ ਵਜਾਉਣਾ ਕੀਤੇ ਹਨ। ਕਿਰਪਾ ਪਾਏ ਸਹਿਜਾਏ ਦਰਸਾਏ, ਆਵ ਰਾਤਿਆ ਗੋਬਿੰਦ ਸਿਉ। ਜਦੋਂ ਸਤਿਗੁਰਾਂ ਦੀ ਮਿਹਰ ਨੂੰ ਪਾਉਣਾ ਕੀਤਾ, ਸਹਿਜ ਸਾਤ ਅਵਸਥਾ ਦੇ ਸਹਿਤ ਹੋਏ, ਤਦ ਮਹਾਰਾਜ ਨੇ ਸਰਗੁਣ ਸਰੂਪ ਵਿੱਚ ਪ੍ਰਗਟ ਹੋ ਕੇ ਦਰਸ਼ਨ ਦੇਣਾ ਕੀਤੇ ਅਤੇ ਹੁਣ ਅਸੀਂ ਪਰਮੇਸ਼ਰ ਦੇ ਪ੍ਰੇਮ ਸਾਥ ਰੰਗੇ ਗਏ ਹਾਂ। ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ। ਮਹਾਤਮਾ ਜਨਾਂ ਦੀ ਸੇਵਾ ਕਰਕੇ ਮਾਲਕ ਪਰਮੇਸ਼ਰ ਨਾਲ ਪ੍ਰੀਤੀ ਲੱਗਦੀ ਹੈ, ਪਰੰਤੂ ਇਹ ਪ੍ਰੇਮ ਪਿਆਰੇ ਪ੍ਰਭੂ ਨੇ ਆਪ ਲਾਉਣਾ ਕੀਤਾ ਹੈ। ਸੰਤ ਜਨਾਂ ਨੇ ਪ੍ਰੇਮ ਨਾਲ
ਪ੍ਰੀਤੀ ਕਰਕੇ ਮਾਲਕ ਪ੍ਰਭੂ ਦੀ ਸੇਵਾ ਕਮਾਉਣੀ ਕੀਤੀ ਹੈ ਅਤੇ ਪ੍ਰੇਮ ਕਰਕੇ ਪਿਆਰੇ ਪ੍ਰਭੂ ਨਾਲ ਮਨ ਨੂੰ ਲਾਉਣਾ ਕੀਤਾ ਹੈ। ਗੁਰ ਗਿਆਨ ਮਨ ਦ੍ਰਿੜਾਏ, ਰਸ ਰਸਾਏ ਨਹੀਂ ਆਏ, ਸਹਿਜਾਏ ਮਨ ਨੇ ਧਨ ਪਾਏ। ਸਤਿਗੁਰਾਂ ਨੇ ਅਪਰੋਖ ਗਿਆਨ ਹਿਰਦੇ ਵਿੱਚ ਦ੍ਰਿੜ ਕਰਵਾ ਦਿੱਤਾ ਹੈ, ਜਿਸ ਕਰਕੇ ਬਹੁਤ ਪ੍ਰਸੰਨ ਹੋਏ ਹਾਂ। ਫਿਰ ਉਸ ਗਿਆਨ ਦੀ ਦ੍ਰਿੜਤਾ ਤੋਂ ਬਾਹਰ ਨਹੀਂ ਆਏ। ਸੁਭਾਵਕ ਹੀ ਹਿਰਦੇ ਵਿੱਚ ਸਾਰੇ ਗੁਣਾਂ ਦਾ ਖਜ਼ਾਨਾ ਪ੍ਰਭੂ ਪ੍ਰਾਪਤ ਕਰ ਲਿਆ ਹੈ। ਸਭ ਤਜੀ ਮਨੈ ਕੀ ਕਾਮ ਕਰਾ। ਮਨ ਦੀ ਕਾਮਨਾ ਤੇ ਕਲਪਨਾ ਸਾਰੀ ਛੱਡ ਦਿੱਤੀ, ਕਾਮ ਦੀ ਸਾਰੀ ਕਲਪਨਾ ਛੱਡ ਦਿੱਤੀ ਹੈ। ਮੋਹਨ ਤਾਪਨ ਵਸੀਕਾਰ ਉਦਮਾਦਨ ਉਚਾਟ ਆਦਿ ਸਾਰੀ ਕਾਮਨਾਵਾਂ ਛੱਡ ਦਿੱਤੀਆਂ। ਚਿਰ 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 ਪਿਆ ਮਨ ਬਹੁਤ ਪਿਆਸ ਲਾਗੀ। हे ਪ੍ਰਭੂ, ਚਿਰ 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 ਚਾਰੇ ਖਾਣੀਆਂ ਵਿੱਚ ਜਾਂ ਚਾਰੇ ਯੁਗਾਂ ਵਿੱਚ ਭਰਮਦਿਆਂ ਨੂੰ ਬਹੁਤ ਸਮਾਂ ਹੋ ਗਿਆ ਹੈ। ਹੁਣ ਹਿਰਦੇ ਵਿੱਚ ਤੁਹਾਡੇ ਮਿਲਣ ਦੀ ਅਤਿਅੰਤ ਚਾਹਨਾ ਲੱਗੀ ਹੋਈ ਹੈ। ਹਰ ਦਰਸ਼ਨੋਂ ਦਿਖਾਵੋ ਮੋਏ ਤੁਮ ਬਤਾਵੋ। हे ਪਰਮੇਸ਼ਰ, ਆਪਣਾ ਦਰਸ਼ਨ ਦਿਖਾਉਣਾ ਕਰੋ, ਮੈਨੂੰ ਤੁਸੀਂ ਦੱਸਣਾ ਕਰੋ ਕਿ ਕਿਵੇਂ ਮਿਲੋਗੇ। ਨਾਨਕ ਦੀਨ ਸਰਣ ਆਏ ਗਲ ਲਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਸੀਂ ਗਰੀਬ ਹੋ ਕੇ ਤੁਹਾਡੀ ਓਟ ਪਨਾਹ ਵਿੱਚ ਆ ਕੇ ਪਏ ਹਾਂ, ਤਦ ਤੁਸੀਂ ਆਪ ਆਪਣੇ ਅਭੇਦ ਨਿਸ਼ਚੈ ਰੂਪ ਕੰਠ ਨਾਲ ਲਾ ਲੈਣਾ ਕੀਤਾ। ਆਸਾ ਮਹੱਲਾ ਪੰਜਵਾ। ਕੋ ਬਿਕਮ ਗਾਰ ਤੁਰੈ। ਕੋਈ ਐਸਾ ਹੈ ਜੋ ਦੇਹ ਅਧਿਆਸ ਰੂਪੀ ਹਉਮੈ ਦੀ ਕਠਨ ਗਾਲ ਤੋਂ ਭਾਵ ਹੈ ਗੰਢ ਨੂੰ ਤੋੜ ਦੇਵੇ। ਤਿੰਨ ਪ੍ਰਕਾਰ ਦੀਆਂ ਗੰਢਾਂ, ਚਿਦ ਜੜ ਗ੍ਰੰਥੀ, ਸੰਸੇ ਗ੍ਰੰਥੀ, ਕਰਮ ਗ੍ਰੰਥੀ ਨੂੰ ਤੋੜ ਦੇਵੇ। ਹੁਣ ਚਿਦ ਜੜ ਗ੍ਰੰਥੀ ਗੰਢ ਕੀ ਹੈ? ਸਤ ਚਿਤ ਆਨੰਦ ਸਰੂਪ ਬ੍ਰਹਮ ਨੂੰ ਅਸਤ ਜੜ ਕੇ ਜੜ ਤੇ ਦੁੱਖ ਰੂਪ ਸਮਝਣਾ ਅਤੇ ਇਸ ਅਸਤ ਜੜ ਤੇ ਦੁੱਖ ਰੂਪ ਸਰੀਰ ਨੂੰ ਇਸ ਸਤ ਚਿਤ ਆਨੰਦ ਜਾਣਨਾ। ਕੋਈ ਹੈ ਜੋ ਇਸ ਪ੍ਰਕਾਰ ਦੀ ਪਈ ਗੰਢ ਨੂੰ ਤੋੜ ਦੇਵੇ। ਭਾਵ ਅਸਤ ਜੜ ਤੇ ਦੁੱਖ ਰੂਪੀ ਦੇਹ ਦੀ ਹੰਗਤਾ ਤਿਆਗ ਕੇ ਅੰਦਰ ਜਿਹੜੀ ਸਤ ਚਿਤ ਆਨੰਦ ਬ੍ਰਹਮ ਦੀ ਅੰਸ਼ ਹੈ ਉਸ ਨੂੰ ਆਪਣਾ ਸਰੂਪ ਜਾਣੇ। ਦੇਹ ਦੇ ਨਾਮ ਤੇ ਰੂਪ ਨੂੰ ਮਿਥਿਆ ਜਾਣ ਕੇ ਤਿਆਗ ਕਰੇ। ਔਰ ਸੰਸੇ ਗ੍ਰੰਥੀ ਗੰਢ ਕੀ ਹੈ? ਪ੍ਰਮਾਣ ਗਤ, ਪ੍ਰੇਮਿਆ ਗਤ ਤੇ ਵਿਪਰਜੇ ਸੰਸਿਆਂ ਦੀ ਗੰਢ ਪਈ ਹੋਣੀ, ਇਹ ਸੰਸੇ ਗ੍ਰੰਥੀ। ਪ੍ਰਮਾਣਗਤ ਸੰਸਾ ਮਹਾਵਾਕਾਂ ਜਾਂ ਗੁਰੂ ਸਾਹਿਬ ਦੇ ਬਚਨਾਂ ਵਿੱਚ ਜੀਵ ਤੇ ਬ੍ਰਹਮ ਦੀ ਏਕਤਾ ਦਾ ਕਥਨ ਕੀਤਾ ਹੈ ਜਾਂ ਅਨੇਕਤਾ ਦਾ। ਪ੍ਰੇਮਿਆਗਤ ਸੰਸਾ ਜੀਵ ਅਤੇ ਬ੍ਰਹਮ ਇੱਕ ਰੂਪ ਹਨ, ਇਹ ਸਤ ਹੈ, ਜਾਂ ਜੀਵ ਅਤੇ ਬ੍ਰਹਮ ਵੱਖਰੇ ਵੱਖਰਿਆਂ ਨੇ ਸਤ ਹੈ। ਇਹ ਪ੍ਰੇਮਿਆਗਤ ਸੰਸਾ ਹੈ। ਔਰ ਵਿਪਰਜੀ ਸੰਸਾ ਜੀਵ ਅਤੇ ਬ੍ਰਹਮ ਦਾ ਭੇਦ ਸਤ ਹੈ, ਜਾਂ ਦੇਹ ਆਦਿਕ ਸਾਰਾ ਪਸਾਰਾ ਸਤ ਹੈ। ਕੋਈ ਹੈ ਜੋ ਇਹਨਾਂ ਸੰਸਿਆਂ ਦੀ ਗੰਢ ਨੂੰ ਸਤਿਗੁਰਾਂ ਕੋਲੋਂ ਬਖਸ਼ੇ ਹੋਏ ਗਿਆਨ ਦੁਆਰਾ ਤੋੜ ਨਾ ਕਰੇ, ਜਾਂ ਪ੍ਰਮਾਣਗਤ ਸੰਸੇ ਦੀ ਗੰਢ ਨੂੰ ਸਰਵਣ ਸਾਧਨ ਦੁਆਰਾ, ਪ੍ਰੇਮਿਆਗਤ ਸੰਸੇ ਦੀ ਗੰਢ ਨੂੰ ਮੰਨਣ ਦੁਆਰਾ ਅਤੇ ਵਿਪਰਜੇ ਸੰਸੇ ਦੀ ਗੰਢ ਨੂੰ ਨਿਧਿਆਸਨ ਦੁਆਰਾ ਤੋੜ ਨਾ ਕਰੇ। ਹੈ ਕੋਈ? ਕਰਮ ਗ੍ਰੰਥੀ ਕਰਤਾ ਅਤੇ ਭੋਗਤਾ ਦੀ ਗੰਢ, ਇਹ ਵਿਚਾਰਨਾ ਕਿ ਮੈਂ ਕਰਮ ਕਰ ਰਿਹਾ ਹਾਂ, ਮੈਂ ਹੀ ਭੋਗ ਰਿਹਾ ਹਾਂ, ਜਾਂ ਜੋ ਨਿਤ ਨਿਮਿਤ ਪ੍ਰਸ਼ਾਚਿਤ ਆਦਿ ਕਰਮ ਕੀਤੇ ਹਨ ਉਹਨਾਂ ਦੇ ਫਲ ਨੂੰ ਜ਼ਰੂਰ ਭੋਗੇਗਾ, ਉਹਨਾਂ ਦੇ ਫਲ ਨੂੰ ਜ਼ਰੂਰ ਭੋਗਾਂਗਾ। ਇਹ ਕਰਮਾਂ ਦੀ ਗੰਢ ਪਈ ਰਹਿਣੀ। ਐਜਾ ਕੋਈ ਹੈ
जो इन्हां कर्मां दी गंढ नूं तोड़ ना करी। कोई नहीं। ਜਦੋਂ तक परमात्मा का नाम नहीं जपांगे, गुरु के दसे हुए रस्ते ते नहीं चलांगे, उदों तक ये गंढां पईयां रहणियां हन। कोई तोड़ सकता है जिहड़ा परमात्मा के नाम नूं जपदा है, उसनूं जान लैंदा है। आस प्यास तो मोह परम ही ते हो रहाओ। जो पदार्थां की प्राप्ति की तीव्र इच्छा, रसां कसां दे भोगण दी त्रे, धो धोखेबाजी, शरीरां दा स्नेह अते स्वरूप दा संसा है, इन्हां सारियां तो ही रोक देवे। काम क्रोध लोभ मान ये व्याध छूर है। जो विकार दृष्टि, गुस्सा, लालच, हंकार आदि हन, इन्हां रोगां ताईं छड्डना करे। संत संग नाम रंग गुण गोबिंद गावो, अन दिनों प्रभ त्यावो। संतां दी संगत विच मिल करके, नाम विच प्रेम करके परमेश्वर दे गुणां नूं गाउणा करो। रात दिन एक रस परमेश्वर नूं ध्याना करो। परम पीत जीत मिटावो, नित नाम नानक मोरै। जद भरम दी कंध नूं मिटाउणा करोगे तां विकारां मनुखा जन्म ते तुहाडी जित होवे। गुरु साहब जी कथन करते हैं कि देह अध्यास रूपी गड़ी नूं भन्नण करके साडे ताईं नाम दा खजाना प्राप्त होवेगा। आसा महला पंजवा। काम क्रोध लोभ मोह त्याग, मन सिमर गोविंद नाम। हे जीवा, काम विकार दृष्टि, क्रोध गुस्सा, चित्त की तीखण बिरती अते लोभ लालच आदि विकारां दा त्याग छड्डना कर। मन हिरदे विच परमेश्वर दा नाम सिमरना याद कर। हर भजन सफल काम राव। परमेश्वर दा भजन नाम जपन करेगा, सारियां कामनावां सार्थक हन। जो हरि दा भजन करना है, ये सहत फलां दे काम है, सारे काम सफले हो जाते हैं। तजमान मोह विकार मित्या, जप राम राम राम। अपने गुणां दा अभिमान, शरीरां दा स्नेह आदि अते झूठे कामादिक विकारां नूं छड्ड करके रमे हुए परमेश्वर दे सुंदर नाम नूं मन बाणी शरीर करके जपना कर। मन संतना कै चरण लाग। हे जीव, अपने मन करके या साडी सिੱਖਿਆ नूं मन करके संत जनां दे चरना कमलां दे नाल लगना कर। प्रभ गोपाल दीन दयाल, पतित पावन पार ब्रह्म, हर चरण सिमर जाग। जो परमेश्वर पृथ्वी का पालक, गरीबां ते दयालता करन वाला, पापियां नूं पवित्र करन वाला, पार ब्रह्म, पापा पुना तो परे व्यापक है, उस हरि दे चरण भाव नाम का सिमरन कर। नाम का सिमरन कर करके ज्ञान अवस्था विच जागना कर। कर भगत नानक पूरन पाग। सतगुरु साहब जी कथन करते हैं कि हे जीवा, पूर्ण भाग भाव श्रेष्ठ भागां द्वारा प्रभु की प्रेमा भगती कर। आसा महला पंजवा। हरख सूग बैराग आनंदी, खेल रीद दिखायो रहाओ। हे जीव रूप सखी, जो तू आनंद देण वाली माया मनी है, जदों ये चली जाती है तो कदे खुशी, कदे गम ते कदे उपरामता पैदा करती है। इसने हर समय कौतक ही दिखाना कीता है। जिस प्रकार माया जीवां नूं परमाउंदी है, वो कथन करते हैं कि खिनु पै निरपै किनु,
ਖਿਨਹੁ ਉਠ ਧਾਇਓ। ਮਾਇਆ ਵਿੱਚ ਫਸਣ ਕਰਕੇ ਜੀਵ ਖਿਨ ਕਾਲ ਵਿੱਚ ਡਰ ਦੇ ਸਹਿਤ ਹੋ ਜਾਂਦਾ ਹੈ। ਜਦੋਂ ਮਾਇਆ ਕੋਲ ਹੁੰਦੀ ਹੈ ਤਦੋਂ ਖਿਨ ਕਾਲ ਵਿੱਚ ਡਰ ਤੋਂ ਰਹਿਤ ਹੋ ਕੇ ਲੋਕਾਂ ਨੂੰ ਤੰਗ ਕਰਦਾ ਹੈ ਅਤੇ ਖਿਨ ਕਾਲ ਵਿੱਚ ਪਦਾਰਥਾਂ ਦੀ ਪ੍ਰਾਪਤੀ ਲਈ ਉੱਠ ਕੇ ਦੌੜਦਾ ਫਿਰਦਾ ਹੈ। ਖਿਨਹੁ ਰਸ ਪੂਗਨ ਖਿਨਹੁ ਤਜ ਜਾਇਓ। ਖਿਨ ਕਾਲ ਵਿੱਚ ਸ਼ਬਦ ਸਪਰਸ਼ ਆਦਿ ਵਿਸ਼ਿਆਂ ਵਿੱਚ ਪ੍ਰੇਮ ਕਰਨ ਲੱਗ ਜਾਂਦਾ ਹੈ, ਰਸਾਂ ਕਸਾਂ ਨੂੰ ਇਕੱਠਾ ਕਰਦਾ ਹੈ। ਖਿਨ ਕਾਲ ਵਿੱਚ ਹੀ ਇਹਨਾਂ ਨੂੰ ਭੋਗਣ ਲੱਗ ਜਾਂਦਾ ਹੈ, ਫਿਰ ਖਿਨ ਕਾਲ ਵਿੱਚ ਹੀ ਤਿਆਗ ਕੇ ਚਲਿਆ ਜਾਂਦਾ ਹੈ। ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਇਓ। ਖਿਨ ਕਾਲ ਵਿੱਚ ਹੀ ਕਦੇ ਜੋਗ, ਕਦੇ ਤਪ ਤੇ ਕਦੇ ਬਹੁਤ ਪ੍ਰਕਾਰ ਦੀ ਅਰਚਨਾ ਕਰਨ ਲੱਗ ਜਾਂਦਾ ਹੈ। ਫਿਰ ਖਿਨ ਕਾਲ ਵਿੱਚ ਹੀ ਭਰਮ ਵਿੱਚ ਆ ਜਾਂਦਾ ਹੈ, ਭਟਕਣ ਵਿੱਚ ਆਉਂਦਾ ਹੈ। ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ। ਗੁਰੂ ਜੀ ਕਥਨ ਕਰਦੇ ਨੇ ਕਿ ਜੇਕਰ ਇੱਕ ਖਿਨ ਦੇ ਵਿੱਚ ਸੰਤ ਜਨਾਂ ਦੀ ਸੰਗਤ ਦੀ ਕਿਰਪਾ ਮਿਹਰ ਹੋ ਜਾਏ ਤਾਂ ਉਹ ਪਰਮੇਸ਼ਰ ਦਾ ਪ੍ਰੇਮ ਲਾ ਦਿੰਦੀ ਹੈ, ਪਰਮੇਸ਼ਰ ਦਾ ਪ੍ਰੇਮ ਲਾ ਦਿੰਦੀ ਹੈ। ਰਾਗ ਆਸਾ ਮਹੱਲਾ ਪੰਜਵਾ। ਘਰ 17ਵਾਂ ਆਸਾ ਵਰੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਨਾਲ ਆਸਾ ਵਰੀ ਰਾਗਣੀ ਮੇਲ ਕੇ ਪੰਜਵੇਂ ਪਾਤਸ਼ਾਹ ਜੀ 17ਵੇਂ ਘਰ ਵਿੱਚ ਫਰਮਾਉਂਦੇ ਹਨ। ਗੋਵਿੰਦ ਗੋਵਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ। ਮਹਾਰਾਜ ਕਹਿੰਦੇ ਭਾਈ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਉਸ ਦੇ ਨਾਮ ਤਾਈਂ ਉਚਾਰਨ ਕਰਨਾ ਹੈ, ਕਰਨਾ ਕਰੋ। ਹਾਂ ਪਦ ਦੇ ਅਰਥ ਇਹ ਵੀ ਕੀਤੇ ਜਾਂਦੇ ਹਨ ਕਿ ਕਰ ਕਰੋ ਹੈ ਜਾਂ ਹਾਂ ਹਨ ਹੋਵੇ। ਇਹ ਹਾਂ ਦੇ ਅਰਥ ਹਨ ਪਰਮਾਤਮਾ ਦਾ, ਉਸ ਦੇ ਨਾਮ ਦਾ ਉਚਾਰਨ ਕਰਨਾ ਕਰ। ਮਨ ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਧਿਆਨ ਪਿਆਰ ਧਾਰਨ ਕਰੋ। ਗੁਰ ਕਹਿਆ ਸੋ ਚਿਤ ਦਰਹਾ ਅਨ ਸਿਉ ਤੂਰ ਪੀਰ ਹਾਂ। ਜੋ ਸਤਿਗੁਰਾਂ ਨੇ ਕਹਿਣਾ ਕੀਤਾ ਹੈ ਉਹ ਹਿਰਦੇ ਵਿੱਚ ਧਾਰਨ ਕਰੋ। ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸਨਾ ਜਾਂ ਦਵੈਤ ਨਾਲੋਂ ਪ੍ਰੀਤੀ ਤੋੜ ਕੇ ਪਰਮੇਸ਼ਰ ਦੀ ਤਰਫ ਮੋੜਨੀ ਕਰੋ। ਐਸੇ ਲਾਲਨ ਪਾਇਓ ਰੀ ਸਖੀ ਆਓ। हे सखी इस प्रकार प्यारे परमेश्वर पावना करीदा है। पंकज मो सरहा पग नहीं चलै हरहा। संसार रूपी सरोवर विच पदार्थां रूपी पानी करके मोह रूपी चिकड़ हो रहा है, जिस करके परमेश्वर वाल मन बुद्ध रूपी पैर चलते नहीं हन। गड्यो मूड़ न रहा अन न उपाव करहा। मूर्ख पुरुष उस रूप उस मोह रूप चिक्कड़ विच गड्या फसिया होया है। इस तो निकलण दा कोई होर देवी देवतियां दी शरण विच जाण दा यतन ना करना कर। दवैत वाले उपाव ना करो, भावें एक रस अनंत प्रकार दे उपाव कर रहिए, परंतु तौ निकसै शरण पैरी सकी। हे सकी जेकर परमेश्वर दी ऊट पनाह विच पैना करे तां ही इस मोह रूपी चिक्कड़ तो निकल सकेगी। थिर थिर चित थिर हां बन गृह समसरहा। इस्तित रूप परमेश्वर के स्वरूप विच इस्तित करन वाले संत जना की संगत विच मिल के मन नूं इस्तित करो। जंगल ते घर नूं एक समान जानना करो।
ਅੰਤਰ ਏਕ ਪਿਰਹਾ ਬਾਹਰ ਅਨੇਕ ਤਰਹਾ। ਹਿਰਦੇ ਅੰਦਰ ਨਿਰਗੁਣ ਸਰੂਪ ਕਰਕੇ ਇੱਕ ਪਤੀ ਪਰਮੇਸ਼ਰ ਹੀ ਹੈ, ਪਰ ਬਾਹਰ ਸੰਸਾਰ ਵਿੱਚ ਉਸਦੇ ਅਨੰਤ ਸਰਗੁਣ ਸਰੂਪ ਧਾਰਨ ਕੀਤੇ ਹੋਏ ਹਨ। ਰਾਜਨ ਜੋਗ ਕਰਹਾ ਕਉ ਨਾਨਕ ਲੋਕ ਅਲੋਕੀ ਰੀ ਸਖੀ। ਪ੍ਰਕਾਸ਼ ਗਿਆਨ ਸਰੂਪ ਵਿੱਚ ਜੁੜਨ ਰੂਪ ਰਾਜ ਯੋਗ ਕਰਨਾ ਕਰੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਸਖੀ, ਜੋ ਪ੍ਰਕਾਸ਼ ਗਿਆਨ ਸਰੂਪ ਵਿੱਚ ਜੁੜੇ ਹਨ ਉਹ ਦੁਨੀਆ ਦੇ ਲੋਕਾਂ ਤੋਂ ਅਲੱਗ ਅਸੰਗ ਰਹਿੰਦੇ ਹਨ। ਆਓ ਇਨੀ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਬਾਣੀ ਦੀ ਵਿਆਖਿਆ ਕਰਦਿਆਂ ਹੋਇਆਂ ਇੱਕ ਦੀਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਾਧ ਸੰਗਤ ਗੁਰੂ ਮਹਾਰਾਜ ਬਖਸ਼ਣ ਹੋ ਗਿਆ, ਬਖਸ਼ ਲੈਣਾ ਜੀ। ਮਹਾਰਾਜ ਬਾਣੀ ਅੰਦਰ ਫਰਮਾਨ ਕਰਦੇ ਹਨ ਕਿ ਜਿਹੜੇ ਜੀਵ ਸਤ ਸੰਗਤ ਵਿੱਚ ਬੈਠ ਕਰਕੇ ਪਰਮਾਤਮਾ ਦਾ ਨਾਮ ਜਪਦੇ ਹਨ, ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ, ਉਹੀ ਮਨੁੱਖ, ਉਹੀ ਜੀਵ ਧਨਤਾ ਦੇ ਯੋਗ ਹਨ। ਕਿਉਂਕਿ ਬਿਨ ਸੇਵਾ ਤ੍ਰਿਗ ਹੱਥ ਪੈਰ, ਬਿਨਾਂ ਸੇਵਾ ਤੋਂ ਇਹ ਹੱਥ ਤੇ ਪੈਰ ਤ੍ਰਿਗ ਹਨ, ਵਿਅਰਥ ਹਨ। ਔਰ ਜਿਹੜੀ ਜੀਵਾ ਹੈ, ਜੇ ਪਰਮਾਤਮਾ ਦਾ ਨਾਮ ਨਾ ਜਪੇ ਤਾਂ ਇਹ ਵੀ ਵਿਅਰਥ ਹੈ। ਕਿਉਂਕਿ ਸਾਰਾ ਦਿਨ ਜੀਵ ਝੂਠ, ਚੋਰੀ, ਬੇਈਮਾਨੀਆਂ, ਠੱਗੀਆਂ ਮਾਰਦਾ ਹੈ। ਇਹ ਜੀਵ ਦੇ ਨਾਲ ਝੂਠ ਬੋਲਦਾ ਹੈ, ਚੁਗਲੀ ਨਿੰਦਿਆ ਕਰਦਾ ਹੈ, ਕਦੇ ਪਰਮਾਤਮਾ ਦਾ ਨਾਮ ਨਹੀਂ ਜਪਦਾ। ਇਸ ਲਈ ਜੀਵ ਮਨੁੱਖ ਦੁੱਖਾਂ ਨੂੰ ਪਾ ਰਿਹਾ ਹੈ। ਜਦੋਂ ਆਪਾਂ ਇਸ ਜੀਵਾ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਲੱਗ ਜਾਵਾਂਗੇ ਫਿਰ ਸਾਡਾ ਵੀ ਪਾਰ ਉਤਾਰਾ ਹੋ ਜਾਵੇਗਾ। ਆਓ ਇਨੀ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ, ਦਿਵਸ ਰਾਤ ਦੁਇਦਾਈ ਦਾਇਆ, ਖਿਲੈ ਸਗਲ ਚੰਗਿਆਈਆਂ ਬੁਰਾਈਆਂ, ਵਾਚੈ ਧਰਮ ਹਰੂਰ, ਕਰਮੀ ਆਪੋ ਆਪਣੀ, ਕੇ ਨਿਰੈ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਦੇ ਮੁਖ ਉਜਲੇ, ਖੇਤੀ ਛੁੱਟੀ ਨਾਲ। ਵਾਹਿਗੁਰੂ।